सत श्री अकाल जी सारिਆਂ ਨੂੰ स्वागत है ਤੁਹਾਡਾ सच्चियां कहानियां ते। पता नहीं किस मिट्टी दे बने हो, अपने हक तां लैणे दूर, उन्हां बारे गल नहीं करदे। तुसीं डरदे क्यों हो, तुहानूं मूँह विच पा लैणगे। एवें बोली जा रही है तूं, सोच समझ लिया कर। हर गल दा समां हुंदा है, बगैर समय दे गल करन दा की फायदा। तां हुण की हुंदा है, उल्टा नुकसान हुंदा है। हर गल गुस्से नाल नहीं बनदी, गुस्से नाल तां सगों बनन नालों विगड़ जांदी है। जिवें होर सब कुछ तुहाडे कोल खो गया, उवें तुहाडे कोलों मकान खोया जाना है। फिर हत्थ मलदे रहना, मकान भी गवा लेना। रजिस्ट्री तां मेरे नाम, फिर सारी कागजी कार्रवाई तां मेरे सामने होई। मकान दा तां इंतकाल भी हो गया है। सरकारी मुलाजम दीआं गवाहियां हन। अज कल सब कुछ हो जाता है। नकली रजिस्ट्री हत्थ ते हत्थ मार के सब कुछ लोग गलत कर रहे हैं। फिर तुसी हत्थ मलदे रह जाना है। जो होवेगा वेख्या जावेगा। कोई दल्ले शाह दी लुੱਟ पाई है। तखली अते लापरवाही नाल दीपक ने कहा। आशा अपने वल्लों बिल्कुल ठीक सी। उसदे सहुरिਆਂ ने पैर पैर ते हेरा फेरियां कीतियां सन। कदे मासी, कदे जेठ ते कदे जठानी, अते इत्थों तक कि भैन ने भी वड्डे भरा नाल हमदर्दी कीती। जिस जीजे ते दीपक ने रब जिन्ना विश्वास कीता, ਉਹ भी जीजा दिल दा इन्ना कपटी निकलिया। दीपक नूं ਇਹ ਅਹਿਸਾਸ ਸੀ कि आशा बिल्कुल ठीक कह रही है, पर दीपक ਦੀਆਂ ਆਪਣੀਆਂ ਮਜਬੂਰੀਆਂ ਤੇ ਕਮੀਆਂ ਸਨ। दीपक नूं रिश्तिਆਂ ਦਾ ਕੁਝ ਭਰਮ ਰੱਖਣਾ ਪੈਂਦਾ ਸੀ। दीपक ਅਤੇ आशा ਦੇ ਰਿਸ਼ਤੇ ਵਿੱਚ ਪਿਆਰ ਤੇ ਵਿਸ਼ਵਾਸ ਕੁੱਟ-ਕੁੱਟ ਕੇ ਭਰਿਆ। ਚਾਹੇ दीपक ਦਾ ਦੂਜਾ ਵਿਆਹ ਸੀ, ਪਹਿਲੀ ਪਤਨੀ ਤੋਂ ਤਲਾਕ ਹੋ ਚੁੱਕਾ ਸੀ। ਪਹਿਲੀ ਪਤਨੀ ਤੋਂ ਇੱਕ ਬੇਟਾ, आशा ਨੂੰ ਇੱਕ ਬੇਟੀ ਹੋਈ। ਇੱਕ ਬੇਟਾ ਹੋਇਆ ਤੇ ਉਸ ਦੀ ਮੌਤ ਹੋ ਗਈ ਤੇ ਉਸ ਦੇ ਬਾਅਦ आशा ਫਿਰ ਗਰਭਵਤੀ ਹੋਈ। ਕੁਝ ਸਮੇਂ ਬਾਅਦ ਉਸ ਦੀ ਸਿਹਤ ਖਰਾਬ ਹੋ ਗਈ। ਪੇਟ ਵਿੱਚ ਦਰਦ, ਡਾਕਟਰ ਕੋਲੋਂ ਚੈੱਕਅਪ ਕਰਵਾਇਆ ਗਿਆ। ਡਾਕਟਰ ਨੇ ਕਿਹਾ ਬੱਚਾ ਪੇਟ ਵਿੱਚ ਮਰ ਗਿਆ, ਅਬੋਰਸ਼ਨ ਜਲਦੀ ਕਰਵਾਉਣਾ ਪੈਣਾ ਹੈ, ਨਹੀਂ ਤਾਂ ਮਾਂ ਨੂੰ ਵੀ ਖਤਰਾ ਬਣ ਸਕਦਾ ਹੈ। आशा ਦਾ ਅਬੋਰਸ਼ਨ ਤਾਂ ਹੁਣ ਹੋ ਗਿਆ, ਪਰ आशा ਬਿਮਾਰ ਰਹਿਣ ਲੱਗ ਪਈ। ਰੱਬ ਕਰਨੀ आशा ਦੇ ਪਿਤਾ ਦੀ ਅਚਾਨਕ ਮੌਤ ਹੋ ਗਈ। ਇਸ ਸਭ ਦਾ ਸਦਮਾ ਵੀ आशा ਤੇ ਲੱਗਿਆ। ਉਹ ਉੱਤਰ ਪ੍ਰਦੇਸ਼ ਪੈਦਾ ਹੋਈ ਅਤੇ ਉੱਥੇ ਹੀ ਜੰਮੀ ਪਲੀ। ਲੇਕਿਨ ਪਰਿਵਾਰ ਪੰਜਾਬੀ। ਬਾਹਰ ਚਾਹੇ ਸਾਰੇ ਹਿੰਦੀ ਬੋਲਦੇ, ਪਰ ਘਰ ਵਿੱਚ ਸਾਰੇ ਪੰਜਾਬੀ ਬੋਲਦੇ। आशा ਦੇ ਪਿਤਾ ਦੀ ਬਦਲੀ ਉੱਤਰ ਪ੍ਰਦੇਸ਼ ਵਿੱਚ ਹੋਈ ਸੀ। ਸਰਕਾਰੀ ਮੁਲਾਜ਼ਮ ਜਿੱਥੇ ਮਰਜ਼ੀ ਭੇਜ ਸਕਦੀ ਹੈ। ਇੱਕ ਦੁੱਖ ਇਹ ਵੀ ਸੀ ਕਿ आशा ਦੀ ਮਾਂ ਪਹਿਲਾਂ ਹੀ ਚੱਲ ਵਸੀ ਸੀ। ਦੁੱਖ ਦੀ ਕਹਾਣੀ ਖਤਮ ਹੋਣ ਦੀ ਥਾਂ ਸਗੋਂ ਹੋਰ ਗੰਭੀਰ ਰੂਪ ਲੈ ਰਹੀ ਸੀ। ਪਹਿਲਾਂ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਿਆ ਮਿਲਦਾ ਹੀ ਨਹੀਂ, ਤੇ ਹੁਣ ਉਹ ਵੀ ਬੰਦ ਹੋਇਆ ਨਜ਼ਰ ਆਉਂਦਾ ਸੀ। आशा ਦਾ ਇੱਕੋ ਇੱਕ ਭਰਾ ਭਰਜਾਈ ਸੀ ਜੋ ਕਾਰ ਹਾਦਸੇ ਵਿੱਚ ਮਾਰੇ ਗਏ। ਕੁੱਲ ਮਿਲਾ ਕੇ आशा ਹੁਣੀ ਭੈਣਾਂ ਹੀ ਬਚੀਆਂ ਸਨ। ਕਾਫੀ ਸਮਾਂ आशा ਨੂੰ ਪੇਕੇ ਲੱਗ ਗਿਆ। आशा ਜਦ ਅੰਮ੍ਰਿਤਸਰ ਆਈ ਤਾਂ ਕੁਝ ਸਮੇਂ ਬਾਅਦ आशा ਫਿਰ ਗਰਭਵਤੀ ਹੋਈ। आशा ਤੇ दीपक ਦੋਵੇਂ ਬੱਚਿਆਂ ਨੂੰ ਰੱਖਣਾ ਨਹੀਂ ਚਾਹੁੰਦੇ ਸਨ, ਕਿਉਂਕਿ दीपक ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਇੱਕ ਤਾਂ ਕੰਮ ਮੰਦਾ, ਉੱਪਰੋਂ ਤਨਖਾਹ ਦੇ ਬਣਦੇ ਪੈਸੇ ਮਾਲਕ ਤੋੜ ਕੇ ਦਿੰਦਾ, ਅਤੇ ਇਸ ਕਾਰਨ आशा ਤੇ दीपक ਨੇ ਅਬੋਰਸ਼ਨ ਕਰਾਉਣ ਬਾਰੇ ਸੋਚਿਆ। ਕਈ ਡਾਕਟਰਾਂ ਨਾਲ ਸਲਾਹ ਕੀਤੀ। ਫਿਰ दीपक ਦਾ ਦੋਸਤ ਚੇਤਨ ਮਿਲਿਆ। ਚੇਤਨ ਦੀ ਜਨਾਨੀ ਸਰਕਾਰੀ ਹਸਪਤਾਲ ਵਿੱਚ ਸਟਾਫ ਨਰਸ ਲੱਗੀ ਹੋਈ ਸੀ। ਪਰਿਵਾਰ ਨਿਰਯੋਜਨ ਮਹਿਕਮੇ। ਉਸਨੇ ਕਿਹਾ ਮੇਰੀ ਪਤਨੀ ਇਹ ਸਭ ਕਰਵਾ ਦੇਵੇਗੀ ਅਤੇ ਖਰਚਾ ਵੀ ਮਾਮੂਲੀ ਜਿਹਾ ਆਵੇਗਾ, ਤਕਲੀਫ ਵੀ ਘੱਟ ਹੋਵੇਗੀ। ਅਬੋਰਸ਼ਨ ਕਰਵਾਇਆ ਗਿਆ। ਪਹਿਲਾਂ ਤਾਂ ਤਕਲੀਫ ਹੋਈ, ਪਰ ਬਾਅਦ ਵਿੱਚ ਸਭ ਕੁਝ ਠੀਕ ਹੋ ਗਿਆ। दीपक ਦੀ ਵੱਡੀ ਲੜਕੀ ਰਜਨੀ ਕਾਫੀ ਵਿਗੜੀ ਹੋਈ ਸੀ। ਉਮਰ ਨਾਲੋਂ ਵੱਧ ਚਲਾਕ ਤੇ ਅੜੀ ਲੱਪਣ ਵਿੱਚ ਉਸਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਤਲਾਕ ਤੋਂ ਪਹਿਲਾਂ ਰਜਨੀ ਆਪਣੀ ਮਾਂ ਕੋਲ ਸੀ, ਤੇ ਮਤਲਬ दीपक ਦੀ ਪਹਿਲੀ ਪਤਨੀ ਕੋਲ। ਰਜਨੀ ਦੇ ਨਾਨਾ ਨਾਨੀ, ਮਾਸੀ, ਮਾਮੇ ਅਤੇ ਅੜੀਅਲ ਅਤੇ ਝਗੜਾਲੂ ਕਿਸਮ ਦੇ ਬੰਦੇ ਸਨ। ਉਹ ਹੀ ਸਾਰੇ ਗੁਣ ਰਜਨੀ ਵਿੱਚ ਕੁੱਟ ਕੇ ਭਰੇ ਹੋਏ ਸਨ। दीपक ਦੀ ਪਤਨੀ ਤੇ दीपक ਦੇ ਸਹੁਰੇ ਵੀ ਉਸਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੇ ਸਨ। दीपक ਦੇ ਮਾਤਾ ਪਿਤਾ ਵੀ ਰਜਨੀ ਆਪਣੇ ਕੋਲ ਰੱਖਣ ਦੇ ਹੱਕ ਵਿੱਚ ਨਹੀਂ ਸਨ। ਥਾਣੇ ਵਿੱਚ ਜਦ ਤਲਾਕ ਹੋਇਆ ਤਾਂ दीपक ਦੀ ਪਤਨੀ ਰਜਨੀ ਨੂੰ ਲੈ ਕੇ ਆਈ। ਫੈਸਲੇ ਤੋਂ ਬਾਅਦ ਰਜਨੀ दीपक ਕੋਲ ਰਹੀ। दीपक ਦੀ ਜਾਨ
ਰਜਨੀ ਵਿੱਚ ਸੀ। ਰਜਨੀ ਬੈੱਡ ਉੱਪਰ ਹੀ ਪਿਸ਼ਾਬ ਕਰ ਦਿੰਦੀ ਤੇ ਕਈ ਵਾਰ ਦੀਪਕ ਕੋਲੋਂ ਕੁੱਟ ਵੀ ਖਾਂਦੀ। ਦੀਪਕ ਅਕਸਰ ਪਿਸ਼ਾਬ ਹਟਾਉਣ ਵਾਲੀਆਂ ਦਵਾਈਆਂ ਡਾਕਟਰ ਕੋਲੋਂ ਲੈ ਕੇ ਦਿੰਦਾ। ਦੀਪਕ ਦੇ ਵੱਡੇ ਭਰਾ ਦੇ ਬੱਚੇ ਤਾਂ ਵੱਡੇ ਸਨ, ਇੱਕ ਛੋਟਾ ਉਸ ਨੂੰ ਪਿਆਰ ਕਰਦਾ। ਦਾਦਾ ਦਾਦੀ ਰਜਨੀ ਨੂੰ ਕੁੱਟਦੇ, ਬੁਰਾ ਭਲਾ ਕਹਿੰਦੇ। ਰਜਨੀ ਮਿੱਟੀ ਖਾਂਦੀ, ਕਾਗਜ਼ ਖਾਂਦੀ, ਆਪਣੇ ਹੱਥਾਂ ਦੇ ਨਹੁੰ ਖਾਂਦੀ, ਕਿਤਾਬਾਂ ਪਾੜ ਦਿੰਦੀ। ਦਾਦਾ ਦਾਦੀ ਖਿੱਝਦੇ ਰਹਿੰਦੇ। ਕੁਝ ਪੈਸੇ ਦੇ ਦਵਾ ਕੇ ਕੁੜੀ ਨੂੰ ਤੇਰੇ ਸਹੁਰਿਆਂ ਨੂੰ ਦੇ ਦਿੰਦੇ, ਨਾਲੇ ਮਾਂ ਕੋਲ ਰਵੇਗੀ ਜਾਂ ਨਾਨਾ ਨਾਨੀ ਕੋਲ, ਕੱਲ੍ਹ ਨੂੰ ਤੇਰਾ ਵਿਆਹ ਵੀ ਕਰਨਾ ਹੈ। ਕੀ ਪਤਾ ਕਿਸ ਤਰ੍ਹਾਂ ਦੀ ਆਵੇ, ਕੁੜੀ ਨਾਲ ਮਾੜਾ ਸਲੂਕ ਕਰੇ। ਨਾਲੇ ਫਿਰ ਦੂਜੀ ਜਨਾਨੀ ਨੂੰ ਉਸ ਦਾ ਖਿਆਲ ਰੱਖਣ ਦੀ ਕੀ ਲੋੜ ਹੈ। ਉਸ ਦੇ ਆਪਣੇ ਬੱਚੇ ਵੀ ਤਾਂ ਹੋਣਗੇ। ਨਹੀਂ ਪਾਪਾ ਜੀ, ਮੈਂ ਰਜਨੀ ਨੂੰ ਨਹੀਂ ਛੱਡ ਸਕਦਾ। ਰਜਨੀ ਮੇਰੀ ਬੇਟੀ ਹੈ, ਮੇਰਾ ਖੂਨ। ਨਾਨਾ ਨਾਨੀ ਕਿਹੜਾ ਚੰਗਾ ਸਮਝਦੇ ਹਨ? ਜੇ ਚੰਗਾ ਸਮਝਦੇ ਹੁੰਦੇ ਤਾਂ ਉਹਨਾਂ ਕੋਲ ਜਾਣ ਬਾਰੇ ਨਾ ਕਹਿੰਦੀ। ਰਜਨੀ ਮਾਂ ਵੀ ਤਾਂ ਇਸ ਦੀ ਖੂਬ ਮਾਰਦੀ ਸੀ। ਫਿਰ ਕੀ ਪਤਾ ਕਿਸ ਤਰ੍ਹਾਂ ਦੇ ਬੰਦੇ ਨਾਲ ਵਿਆਹ ਹੋ ਜਾਵੇ, ਉਹ ਕਿਵੇਂ ਰੱਖੇਗਾ ਰਜਨੀ ਨੂੰ। ਅੱਜ ਕੱਲ੍ਹ ਸੁਣਨ ਵਿੱਚ ਆਇਆ, ਮਤਰੇਏ ਪਿਓ ਨੇ ਮਤਰੇਈ ਧੀ ਦਾ ਬਲਾਤਕਾਰ ਕਰ ਦਿੱਤਾ। ਅੱਜ ਜਿਸ ਦੀ ਧੀ ਉਸ ਦੀ ਧੀ ਹੀ ਧੀ ਹੈ, ਜਿਸ ਦੀ ਇੱਜ਼ਤ ਉਸ ਦੀ ਇੱਜ਼ਤ ਹੈ। ਕੋਈ ਕਿਸੇ ਦੀ ਇੱਜ਼ਤ ਨੂੰ ਇੱਜ਼ਤ ਨਹੀਂ ਸਮਝਦਾ। ਵੱਡਾ ਆ ਗਿਆ ਸਿਆਣਾ ਤੇ ਫਿਰ ਬੈਠੇ ਰਿਹੋ ਹੱਥ 'ਤੇ ਹੱਥ ਧਰ ਰੱਖ ਕੇ। ਤੇਰੀ ਭਰਜਾਈ ਤੇ ਤੇਰੀ ਮਾਂ ਕਦ ਤੱਕ ਤੈਨੂੰ ਰੋਟੀਆਂ ਪਕਾ ਪਕਾ ਦੇਵੇਗੀ। ਗੱਲ ਗੱਲ 'ਤੇ ਘਰ ਵਿੱਚ ਕਲੇਸ਼ ਪੈਣ ਲੱਗ ਪਿਆ। ਬਹਾਨੇ ਬਹਾਨੇ ਨਾਲ ਰਜਨੀ ਨੂੰ ਕੁੱਟਿਆ ਜਾਣ ਲੱਗ ਪਿਆ, ਗਾਲਾਂ ਮੰਦਾ ਕੱਢਿਆ ਜਾਂਦਾ। ਦਾਦਾ ਦਾਦੀ ਵੱਡੇ ਭਰਾ ਦੇ ਬੱਚਿਆਂ ਨੂੰ ਹੱਦੋਂ ਵੱਧ ਪਿਆਰ ਕਰਦੇ, ਉਹਨਾਂ ਉੱਪਰ ਜਾਨ ਤੱਕ ਦਿੰਦੇ। ਮੂੰਹ ਵਿੱਚੋਂ ਗੱਲ ਬਾਅਦ ਵਿੱਚ ਨਿਕਲਦੀ ਤੇ ਪੂਰੀ ਪਹਿਲਾਂ ਹੀ ਹੁੰਦੀ। ਸੁੱਖ ਨਾਲ ਬੱਚੇ ਸੋਹਣੇ ਸਨ ਤੇ ਆਪਣੀਆਂ ਜ਼ਿੰਮੇਵਾਰੀਆਂ ਸਭ ਨੂੰ ਅਹਿਸਾਸ ਸੀ। ਇਸ ਦੇ ਉਲਟ ਰਜਨੀ ਨੂੰ ਚੀਜ਼ ਵੀ ਐਵੇਂ ਦਿੱਤੀ ਜਾਂਦੀ ਜਿਵੇਂ ਘਰ ਵਿੱਚ ਰੱਖੇ ਕੁੱਤੇ ਅੱਗੇ ਸੁੱਟੀ ਜਾਵੇ। ਕੋਈ ਆ ਜਾਵੇ ਤਾਂ ਪਿਆਰ ਦਾ ਖੂਬ ਦਿਖਾਵਾ ਕੀਤਾ ਜਾਂਦਾ। ਦੀਪਕ ਲਈ ਕਈ ਰਿਸ਼ਤੇ ਆਉਂਦੇ, ਪਰ ਰਜਨੀ ਨੂੰ ਦੇਖ ਕੇ ਸਭ ਚੁੱਪ ਹੋ ਜਾਂਦੇ। ਮਾਂ ਪਿਓ ਖਿਜੇ ਹੋਣ ਕਰਕੇ ਘਰ ਵਿੱਚ ਲੜਾਈ ਝਗੜੇ ਹੁੰਦੇ। ਸੱਚ ਹੀ ਤਾਂ ਹੀ ਹੈ, ਸੰਜੋਗ ਧੁਰੇ ਹੀ ਬਣਦੇ ਹਨ, ਜੋੜੀਆਂ ਤਾਂ ਰੱਬ ਹੀ ਬਣਾ ਕੇ ਭੇਜਦਾ ਹੈ। ਇੱਥੇ ਤਾਂ ਸਭ ਬਹਾਨੇ ਹੀ ਬਣਦੇ ਹਨ। ਦੀਪਕ ਦੇ ਵੱਡੇ ਭਰਾ ਦਾ ਦੋਸਤ, ਜਿਹੜਾ ਭਰਾ ਵਰਗਾ ਸੀ, ਉਸਨੇ ਰਿਸ਼ਤਾ ਕਰਵਾਇਆ ਤਾਂ ਵਿਆਹ ਹੋ ਗਿਆ। ਘਰੇਲੂ ਜ਼ਿੰਦਗੀ ਦੋਵਾਂ ਦੀ ਚੰਗੀ ਕੱਟ ਰਹੀ ਸੀ। ਕੁਝ ਮਹੀਨੇ ਮਗਰੋਂ ਆਸ਼ਾ ਤੇ ਦੀਪਕ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। ਦੀਪਕ ਦੀ ਭਰਜਾਈ ਚੁਗਲਖੋਰ ਤੇ ਮਾਂ ਅੱਗ ਫੂਕਣੀ। ਪਿਓ ਲਾਈ ਲੱਗ। ਰਜਨੀ ਜਿੱਦੀ, ਅੜੀਅਲ ਤੇ ਚੁਗਲਖੋਰ ਬਣ ਚੁੱਕੀ ਸੀ। ਦਾਦਾ ਦਾਦੀ ਆਸ਼ਾ ਤੇ ਦੀਪਕ ਦੇ ਮਗਰੋਂ ਰਜਨੀ ਕੋਲ ਉਹਨਾਂ ਦੀਆਂ ਗੱਲਾਂ ਪੁੱਛਦੇ। ਦੀਪਕ ਦੇ ਪਿਓ ਦੀ ਅਚਾਨਕ ਮੌਤ ਹੋ ਗਈ। ਦੀਪਕ ਨੂੰ ਘਰੋਂ ਬਾਹਰ ਜਾਣਾ ਪਿਆ। ਨਵਾਂ ਮਕਾਨ ਤਾਂ ਠੀਕ ਰਿਹਾ, ਘਰ ਵਿੱਚ ਕਲੇਸ਼ ਮੁੱਕ ਗਿਆ। ਆਸ਼ਾ ਹੱਦ ਤੋਂ ਵੱਧ ਸਖਤ ਤੇ ਸੂਲ ਪ੍ਰਸਤ ਔਰਤ ਸੀ, ਮਗਰ ਰਜਨੀ ਹੱਦੋਂ ਵੱਧ ਵਿਗੜ ਗਈ ਸੀ, ਵੱਸੋਂ ਹੀ ਬਾਹਰ ਹੋ ਗਈ ਸੀ। ਰਜਨੀ ਸਕੂਲ ਪਹਿਲਾਂ ਘਰ ਦੇ ਨੇੜੇ ਹੀ ਜਾਂਦੀ ਸੀ। ਦੀਪਕ ਦੀ ਮਾਂ ਅਕਸਰ ਰਜਨੀ ਦੇ ਦਿਮਾਗ ਵਿੱਚ ਆਸ਼ਾ ਤੇ ਦੀਪਕ ਬਾਰੇ ਗਲਤ ਗੱਲਾਂ ਭਰਦੀ। ਆਸ਼ਾ ਦੀ ਸੱਸ ਦਿਲੋਂ ਆਸ਼ਾ ਨਾਲ ਨਫ਼ਰਤ ਕਰਦੀ, ਪਰ ਦੁਨੀਆਦਾਰੀ ਦੇ ਤੌਰ 'ਤੇ ਬਹੁਤ ਮਿੱਠੀ ਬਣਦੀ। ਮੌਕਾ ਮਿਲਣ 'ਤੇ ਆਸ਼ਾ ਦੇ ਵਾਰ ਕਰਨ ਤੋਂ ਪਿੱਛੇ ਨਹੀਂ ਹਟਦੀ। ਖੁਦ ਆਪ ਭਗਤੀ ਕਰਦੀ ਅਤੇ ਰੱਬ 'ਤੇ ਭਰੋਸਾ ਕਰਦੀ। ਉਹ ਕਿਸੇ ਸੰਤ ਦੀ ਪੱਕੀ ਚੇਲੀ। ਸੰਤ ਗੱਡੀਆਂ 'ਤੇ ਆਉਂਦੇ। ਆਸ਼ਾ ਦੀ ਜਠਾਣੀ ਦੀ ਈਰਖਾ ਡੁੱਲ ਡੁੱਲ ਪੈਂਦੀ। ਸੱਸ ਦੀ ਸੁਰ ਵਿੱਚ ਸੁਰ ਮਿਲਾਉਂਦੀ। ਜਠਾਣੀ ਸੱਸ ਦਾ ਰੋਲ ਵੀ ਕਰਦੀ। ਕਿਸੇ ਨੂੰ ਪਤਾ ਨਹੀਂ ਸੀ ਕਿ ਆਸ਼ਾ ਤੇ ਦੀਪਕ ਦਾ ਦੂਜਾ ਵਿਆਹ ਹੋਇਆ ਹੈ। ਆਸ਼ਾ ਦੀ ਸੱਸ ਤੇ ਜਠਾਣੀ ਨੇ ਰੌਲਾ ਪਾ ਦਿੱਤਾ। ਆਸ਼ਾ ਰਜਨੀ ਦੀ ਦੂਜੀ ਮਾਂ ਹੈ ਅਤੇ ਰਜਨੀ ਵਿਚਾਰੀ 'ਤੇ ਜ਼ੁਲਮ ਕਰਦੀ ਹੈ। ਇਹ ਸਭ ਸੁਣ ਕੇ ਸਭ ਦੇ ਮੂੰਹ ਵਿੱਚ ਉਂਗਲਾਂ ਪੈ ਗਈਆਂ। ਆਸ਼ਾ ਤੇ ਰਜਨੀ ਵਿੱਚ ਬੜੇ ਚੰਗੇ ਸੰਬੰਧ ਸਨ। ਚਾਹੇ ਸੰਬੰਧ ਚੰਗੇ ਸਨ, ਪਰ ਰਜਨੀ ਦੀਆਂ ਆਦਤਾਂ ਕਾਫੀ ਵਿਗੜ ਚੁੱਕੀਆਂ ਸਨ। ਢੀਠਪੁਣਾ ਉਸਦੇ ਰੋਮ ਰੋਮ ਵਿੱਚ ਸਮਾਇਆ ਹੋਇਆ ਸੀ। ਨਿੱਕੀ ਨਿੱਕੀ ਗੱਲ 'ਤੇ ਨਜਾਇਜ਼ ਜਿੱਦ ਕਰਦੀ। ਕੁਝ ਕਹਿਣ 'ਤੇ ਚੀਕ ਚਿਹਾੜਾ ਪਾਉਣ 'ਤੇ ਗਲੀ ਮੁਹੱਲਾ ਇਕੱਠਾ ਕਰਨਾ। ਮਾਂ ਪਿਓ ਦੀ ਅਲੱਗ ਲੜਾਈ ਕਰਵਾਉਣੀ। ਦਾਦੀ ਨੂੰ ਪਤਾ ਲੱਗਣ 'ਤੇ ਪੋਤੀ ਦਾ ਕਸੂਰ ਕੱਢਣ ਦੀ ਥਾਂ ਆਸ਼ਾ ਤੇ ਦੀਪਕ ਦਾ ਕਸੂਰ ਕੱਢਣ ਲੱਗ ਪੈਣਾ। ਤੁਹਾਡੇ ਕੋਲੋਂ ਇੱਕ ਬੱਚਾ ਨਹੀਂ ਸਾਂਭਿਆ ਜਾਂਦਾ। ਰੱਬ ਦਾ ਜੀ ਹੈ, ਇਸ 'ਤੇ ਤਰਸ ਕਰੋ।
ਅੱਗੋਂ ਆਸ਼ਾ ਖਿੱਝ ਕੇ ਪੈਂਦੀ ਆਪਣੀ ਸੱਸ ਨੂੰ ਕਹਿੰਦੀ, ਅਸੀਂ ਰੱਬ ਦੇ ਜੀ ਨਹੀਂ, ਅਸੀਂ ਕਿਹੜੀ ਮਾੜੀ ਗੱਲ ਕਹਿੰਦੇ ਆ। ਸਵੇਰੇ ਜਲਦੀ ਉੱਠੋ, ਸਕੂਲ ਦਾ ਕੰਮ ਕਰੋ ਤੇ ਰੋਜ਼ ਨਹਾਓ, ਬਾਹਰ ਨਹੀਂ ਫਿਰਨਾ, ਮਿੱਟੀ ਨਹੀਂ ਖਾਣੀ, ਕੱਪੜੇ ਰੋਜ਼ ਬਦਲੋ। ਕੁਝ ਕਹੋ ਤਾਂ ਲੜਨ ਨੂੰ ਪੈਂਦੀ ਐ, ਫਿਰ ਕਿੰਨਾ ਚਿਰ ਰੋਟੀ ਨਹੀਂ ਖਾਂਦੀ। ਬੱਚੇ ਨੂੰ ਅਕਲ ਨਹੀਂ ਦੇਣੀ। ਮਤਰੇਈ ਮਾਂ ਦਾ ਠੱਪਾ ਤਾਂ ਮੇਰੇ ਉੱਪਰ ਲੱਗਿਆ ਹੈ। ਲੋਕ ਰਿਸ਼ਤੇਦਾਰ ਮੈਨੂੰ ਮਤਰੇਈ ਮਾਂ ਹੀ ਕਹਿਣਗੇ। ਇਸ ਨੂੰ ਅਕਲ ਤਾਂ ਦੇਣੀ ਹੀ ਹੈ। ਕੱਲ੍ਹ ਨੂੰ ਬਗਾਨੇ ਘਰ ਜਾਣਾ ਹੈ। ਧੀਆਂ ਤਾਂ ਸਦਾ ਪਰਾਈਆਂ ਹੁੰਦੀਆਂ ਹਨ। ਅੱਜ ਕੱਲ੍ਹ ਤਾਂ ਵੈਸੇ ਹੀ ਚੰਗੀਆਂ ਭਲੀਆਂ ਵਿੱਚ ਨੁਕਸ ਕੱਢੇ ਜਾਂਦੇ ਹਨ। ਇਹੋ ਜਿਹੀ ਚੁਗਲਖੋਰ ਅਤੇ ਢੀਠ ਦਾ ਕਿਵੇਂ ਗੁਜ਼ਾਰਾ ਹੋਵੇਗਾ। ਆਸ਼ਾ ਬਸ ਹਾਲੀ ਵਿਚਾਰੀ ਗੋਹ ਵਿੱਚ ਕੀੜਾ ਹੈ। ਉਮਰ ਹੀ ਕੀ ਹੈ, ਅਜੇ ਉਸਦੀ ਆਪੇ ਹੀ ਅਕਲ ਆ ਜਾਵੇਗੀ। ਮਾਤਾ ਜੀ ਦੀ ਅਕਲ ਆਪੇ ਨਹੀਂ ਆਉਂਦੀ, ਅਕਲ ਦਿੱਤਿਆਂ ਹੀ ਆਉਂਦੀ ਹੈ। ਬਚਪਨ ਦੀਆਂ ਆਦਤਾਂ ਅੱਗੇ ਜਾਂਦੀਆਂ ਹਨ। ਖੇਡਣ ਮੱਲਣ ਤੋਂ ਮੈਂ ਨਹੀਂ ਰੋਕਦੀ। ਇਹੀ ਉਮਰ ਤਾਂ ਖੇਡਣ ਮੱਲਣ ਦੀ ਹੈ। ਚੁਗਲੀਆਂ ਕਰਨ ਦੀ ਆਦਤ ਜਾਂਦੀ ਨਹੀਂ। ਜਦੋਂ ਕੋਈ ਘਰ ਵਿੱਚ ਆ ਜਾਂਦਾ ਤਾਂ ਇਹ ਚੌੜ ਹੋ ਜਾਂਦੀ ਹੈ ਤੇ ਕਹਿੰਦੀ ਹੈ, ਮੈਂ ਪਹਿਲੀ ਮਾਂ ਕੋਲ ਜਾਣਾ ਹੈ। ਸਾਹਮਣੇ ਬੈਠੀ ਹੈ, ਪੁੱਛੋ ਇਸ ਨੂੰ। ਆਖਦੀ ਹੈ, ਆਪਣੇ ਪਿਓ ਨੂੰ ਮੈਨੂੰ ਕਿਉਂ ਲਿਆਂਦਾ। ਤੁਹਾਡੇ ਸਾਹਮਣੇ ਮੇਰੀਆਂ ਚੁਗਲੀਆਂ ਕਰਦੀ ਹੈ ਤੇ ਮੇਰੇ ਸਾਹਮਣੇ ਤੁਹਾਡੀਆਂ ਚੁਗਲੀਆਂ। ਆਸ਼ਾ ਦੀ ਸੱਸ ਰਜਨੀ ਨੂੰ ਗੁੱਸੇ ਹੁੰਦੀ ਬੋਲੀ, ਤੈਨੂੰ ਸ਼ਰਮ ਨਹੀਂ ਆਉਂਦੀ। ਤੇਰੇ ਪਿਓ ਨੇ ਕਿਹੜਾ ਜੁਰਮ ਕਰ ਲਿਆ ਤੈਨੂੰ ਲਿਆ ਕੇ। ਤੇਰੀ ਜ਼ਿੰਦਗੀ ਬਣ ਗਈ ਹੈ। ਜੇ ਤੇਰੀ ਮਾਂ ਤੈਨੂੰ ਪਿਆਰ ਕਰਦੀ ਤਾਂ ਤੈਨੂੰ ਆਪਣੇ ਨਾਲ ਰੱਖਿਆ ਕਿਉਂ ਨਹੀਂ। ਤੈਨੂੰ ਛੱਡ ਗਈ ਹੈ। ਤੈਨੂੰ ਮਾਰਦੀ ਕੁੱਟਦੀ ਸੀ, ਕੁੱਤੀਏ ਬਿੱਲੀਏ ਕਹਿੰਦੀ ਸੀ। ਨਾਨੀ ਤੈਨੂੰ ਚੁਗਲ ਤੇ ਮਾਮਾ ਤੈਨੂੰ ਝੂਠ ਕਹਿੰਦਾ ਸੀ। ਮਾਤਾ ਜੀ, ਅਸੀਂ ਇਸ ਦੇ ਭਲੇ ਵਿੱਚ ਹਾਂ। ਇਹ ਸਾਡੀ ਧੀ ਹੈ। ਅਸੀਂ ਇਸ ਨੂੰ ਮਾਰਨਾ ਵੀ ਹੈ, ਪਿਆਰ ਵੀ ਕਰਨਾ ਹੈ। ਇਸ ਦੀਆਂ ਚੁਗਲੀਆਂ ਕਰਨ ਦੀ ਆਦਤ ਨੂੰ ਹਟਾਉਣਾ ਹੈ। ਤੁਸੀਂ ਇਸ ਦੀ ਹਮਾਇਤ ਕਰਦੇ ਹੋ ਨਾ। ਇਹ ਤਾਂ ਤੁਹਾਡੀਆਂ ਵੀ ਚੁਗਲੀਆਂ ਲਗਾਉਂਦੀ ਹੈ। ਅਗਰ ਗੱਲਾਂ ਦੱਸਾਂ ਤਾਂ ਤੁਸੀਂ ਖੂਬ ਮਾਰੋਗੇ ਇਸ ਨੂੰ। ਆਸ਼ਾ ਦੀਆਂ ਗੱਲਾਂ ਸੁਣ ਕੇ ਦਾਦੀ ਚੁੱਪ ਜਿਹੀ ਕਰ ਗਈ ਤੇ ਬੋਲੀ, ਆਸ਼ਾ ਪੁੱਤ, ਪਿਆਰ ਨਾਲ ਰਿਹਾ ਕਰੋ। ਇਹ ਕੁੜੀ ਤਾਂ ਕਿਸੇ ਦੀ ਵੀ ਸਕੀ ਨਹੀਂ। ਮੈਂ ਤਾਂ ਇਸ ਨੂੰ ਇੰਨਾ ਪਿਆਰ ਕਰਦੀ ਹਾਂ, ਪਰ ਇਹ ਤਾਂ ਮੇਰਾ ਵੀ ਲਿਹਾਜ਼ ਨਹੀਂ ਕਰਦੀ। ਵੈਸੇ ਤਾਂ ਇਹ ਕੁੜੀ ਕਿਸੇ ਦੇ ਵੀ ਤਰਸ ਦੇ ਕਾਬਲ ਨਹੀਂ। ਦੀਪਕ ਪ੍ਰਾਈਵੇਟ ਫੈਕਟਰੀ ਵਿੱਚ ਨੌਕਰੀ ਕਰਦਾ ਹੈ। ਨੌਕਰੀ ਵੀ ਕਾਹਦੀ, ਬਸ ਟਾਈਮ ਪਾਸ ਵਾਲੀ ਗੱਲ ਹੈ। ਛੋਟੀਆਂ ਫੈਕਟਰੀਆਂ ਘੱਟ ਬਜਟ ਦੀਆਂ ਹੀ ਹੁੰਦੀਆਂ। ਕੰਮ ਆ ਜਾਵੇ ਤਾਂ ਦਿਨ ਰਾਤ ਕੰਮ ਹੀ ਕਰੋ ਤੇ ਧੰਨ ਹੋ ਜਾਂਦੀ ਹੈ। ਕਦੀ ਕੰਮ ਘੱਟ ਵੱਧ ਹੋਣ ਕਰਕੇ ਮੰਦਿਆਂ ਦਿਨਾਂ ਦਾ ਬੋਝ ਸਹਿਣਾ ਪੈਂਦਾ ਹੈ। ਕੰਮ ਚਾਹੇ ਘੱਟ ਜਾਂਦਾ ਹੈ ਪਰ ਖਰਚਾ ਨਹੀਂ ਘਟਦਾ। ਬੱਚਿਆਂ ਦੀਆਂ ਫੀਸਾਂ, ਘਰ ਦਾ ਖਰਚ, ਬਿਮਾਰੀਆਂ ਤੇ ਆਂਢ ਗੁਆਂਢ ਦੇ ਫੰਕਸ਼ਨ ਹੀ ਸਾਹ ਨਹੀਂ ਲੈਣ ਦਿੰਦੇ ਸਨ। ਪਰ ਕਰਨਾ ਵੀ ਸਭ ਕੁਝ ਪੈਂਦਾ ਹੈ। ਘਰ ਵਿੱਚ ਹੋਰ ਚੀਜ਼ਾਂ ਬਾਅਦ ਵਿੱਚ ਆਉਂਦੀਆਂ, ਪਹਿਲੀ ਚੀਜ਼ ਪਹਿਲਾਂ ਹੀ ਖਤਮ ਹੋਈ ਹੁੰਦੀ। ਬਸ ਇਹੀ ਸਬਰ ਕਰਨਾ ਪੈਂਦਾ ਕਿ ਅਗਲੇ ਮਹੀਨੇ ਕੰਮ ਕਰਾਂਗੇ ਤੇ ਕੁਝ ਤਾਂ ਬਣੇਗਾ, ਕੁਝ ਹੋਰ। ਕਦੇ ਬਿਜਲੀ ਦਾ ਬਿੱਲ, ਕਦੇ ਪਾਣੀ ਦਾ ਬਿੱਲ। ਪਹਿਲਾਂ ਤਾਂ ਪਾਣੀ ਦੇ ਬਿੱਲ 50 ਜਾਂ 100 ਰੁਪਏ ਬਿੱਲ ਆਉਂਦਾ ਸੀ। ਹੁਣ ਤਾਂ ਹੱਦ ਹੀ ਮੁੱਕ ਗਈ। 360 ਰੁਪਏ ਪਾਣੀ ਦਾ ਬਿੱਲ ਜਮ੍ਹਾਂ ਕਰਵਾਉਣ ਤੇ ਸਿਲੰਡਰ ਦਾ ਖਰਚ ਤਿਆਰ ਹੁੰਦਾ ਹੈ। ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ। ਮੰਦਰ, ਗੁਰਦੁਆਰੇ ਜਾਂ ਨੇੜੇ ਕਿਸੇ ਰਿਸ਼ਤੇਦਾਰ ਦੇ ਕੋਲ ਜਾਣਾ ਪਵੇ ਤਾਂ 36 ਵਾਰ ਸੋਚਣਾ ਪੈਂਦਾ ਹੈ। ਜੇ ਕਿਰਾਇਆ ਹੈ ਤਾਂ ਫਿਰ ਕਦੇ ਹੋਰ ਮੁਸ਼ਕਲ। ਇਸੇ ਕਾਰਨ ਹੀ ਰਿਸ਼ਤੇਦਾਰ ਵੀ ਨਾਰਾਜ਼ ਹੋ ਜਾਂਦੇ ਹਨ। ਕੋਈ ਦੂਰ ਨੇੜੇ ਦੇ ਰਿਸ਼ਤੇਦਾਰਾਂ ਦੇ ਵਿਆਹ ਵਿੱਚ, ਸ਼ਾਦੀ ਦੇ ਫੰਕਸ਼ਨਾਂ 'ਤੇ ਆਉਣ ਜਾਣ ਘੱਟ ਹੀ ਹੁੰਦਾ। ਰਿਸ਼ਤੇਦਾਰੀਆਂ ਤਾਂ ਮਿਲਣ ਗਿਲਣ ਨਾਲ ਬਣਦੀਆਂ ਹਨ ਤੇ ਵਿਆਹ ਸ਼ਾਦੀ ਦੇ ਫੰਕਸ਼ਨ 'ਤੇ ਤਾਂ ਸਭ ਇਕੱਠੇ ਹੁੰਦੇ ਹਨ। ਅਗਰ ਦੀਪਕ ਬਿਮਾਰ ਹੋ ਗਿਆ ਤਾਂ ਉਸਨੂੰ ਆਪਣੀ ਬਿਮਾਰੀ ਦਾ ਘੱਟ ਫਿਕਰ ਤੇ ਦਵਾਈਆਂ ਦੇ ਖਰਚਿਆਂ ਦੇ ਪੈਸਿਆਂ ਦਾ ਫਿਕਰ ਜ਼ਿਆਦਾ ਹੁੰਦਾ। ਅਗਰ ਇੱਕ ਦੋ ਛੁੱਟੀਆਂ ਹੋ ਗਈਆਂ ਤਾਂ ਘਰ ਦਾ ਬਜਟ ਵਿਗੜ ਜਾਣਾ ਹੈ। ਫੈਕਟਰੀ ਵਿੱਚ ਤਨਖਾਹ ਕਿਹੜੀ 1 ਜਾਂ 2 ਵਾਰੀ ਮਿਲਦੀ ਹੈ। ਤੋੜ ਕੇ ਕਿਸ਼ਤਾਂ ਵਿੱਚ ਪੈਸੇ ਮਿਲਦੇ ਹਨ। ਇਸੇ ਵਿੱਚ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਕਦੀ ਤਾਂ ਆਸ਼ਾ ਆਂਢ ਗੁਆਂਢ ਕੋਲੋਂ ਪੈਸੇ ਫੜ ਲੈਂਦੀ, ਕਦੇ ਤਾਂ ਜਲਦੀ ਪੈਸੇ ਵਾਪਸ
ਕਰ ਦਿੰਦੀ ਤੇ ਕਦੇ ਦੇਰ ਨਾਲ। ਆਸ਼ਾ ਕਦੀ ਕਲਪੀ ਹੋਈ ਗੁੱਸੇ ਹੁੰਦੀ। ਕਈ ਵਾਰ ਆਸ਼ਾ ਮਾਲਕ ਨੂੰ ਵੀ ਗੁੱਸੇ ਹੁੰਦੀ। ਦੀਪਕ ਤਾਂ ਮਾਲਕ ਕੋਲੋਂ ਪੈਸੇ ਮੰਗਦਾ ਹੈ ਤਾਂ ਉਹ ਪੈਸੇ ਹੀ ਮੰਗ ਸਕਦਾ ਹੈ ਕਿ ਪੈਸੇ ਦਵੇ ਜਾਂ ਨਾ ਦਵੇ ਉਸ ਦੀ ਨਿਰਭਰ ਕਰਦਾ ਹੈ। ਲੋਕਾਂ ਨੂੰ ਤਾਂ ਐਡਵਾਂਸ ਹੀ ਕਿੰਨਾ ਮਿਲ ਜਾਂਦਾ, ਤੁਹਾਨੂੰ ਤਾਂ ਐਡਵਾਂਸ ਹੀ ਕੀ ਮਿਲਣਾ, ਸਮੇਂ ਸਿਰ ਤਨਖਾਹ ਨਹੀਂ ਮਿਲਦੀ। ਤੁਹਾਡੇ ਕੋਲੋਂ ਤਾਂ ਗੱਲ ਵੀ ਚੰਗੀ ਤਰ੍ਹਾਂ ਹੁੰਦੀ। ਤੁਹਾਡੇ ਮਾਲਕ ਨੂੰ ਤਾਂ ਲੱਗਦਾ ਹੈ ਕਿ ਪਰਿਵਾਰ ਤਾਂ ਸਿਰਫ ਉਸਦਾ ਹੀ ਹੈ, ਬਾਕੀ ਤਾਂ ਐਵੇਂ ਤੁਰੇ ਫਿਰਦੇ ਹਨ। ਬਾਕੀਆਂ ਦੇ ਘਰ ਦੇ ਵੀ ਤਾਂ ਖਰਚੇ ਹੁੰਦੇ ਹਨ। ਇਹੋ ਜਿਹੀ ਕੋਈ ਗੱਲ ਨਹੀਂ, ਉਸਦੀ ਵੀ ਮਜਬੂਰੀ ਹੈ। ਜਦੋਂ ਉਹਨਾਂ ਕੋਲ ਪੈਸੇ ਹੁੰਦੇ ਆ ਤਾਂ ਉਹ ਉਦੋਂ ਹੀ ਦੇ ਦਿੰਦੇ ਹਨ, ਜਾਣ ਬੁੱਝ ਕੇ ਲੇਟ ਨਹੀਂ ਕਰਦੇ। ਕੰਮ ਇੰਨਾ ਮੰਦਾ ਹੈ ਕਿ ਪੁੱਛੋ ਹੀ ਕੁਝ ਨਾ। ਨਿੱਤ ਤਾਂਬਾ, ਲੋਹਾ ਤੇ ਸਿਲਵਰ ਰੇਟ ਵੱਧ ਰਹੇ ਹਨ। ਵਪਾਰੀ ਅੱਗੇ ਇੰਨੇ ਰੇਟ ਵਧਾਉਂਦੇ ਨਹੀਂ ਜਿੰਨੇ ਚਾਹੀਦੇ ਹਨ। ਆਸ਼ਾ ਉਸਦੀ ਮਜਬੂਰੀ ਹੈ। ਬਾਕੀਆਂ ਨੂੰ ਵੀ ਤਾਂ ਇੱਦਾਂ ਹੀ ਪੈਸੇ ਮਿਲਦੇ ਹਨ ਜਾਂ ਤੁਹਾਨੂੰ ਹੀ ਇੱਦਾਂ ਪੈਸੇ ਮਿਲਦੇ ਹਨ ਕਿ ਉਹਨਾਂ ਦੀਆਂ ਜਨਾਨੀਆਂ ਨਹੀਂ ਕਲਪਦੀਆਂ। ਮੈਨੂੰ ਤਾਂ ਲੋਕਾਂ ਕੋਲੋਂ ਉਧਾਰ ਪੈਸੇ ਮੰਗਣ ਲੱਗਿਆਂ ਵੀ ਸ਼ਰਮ ਆਉਂਦੀ ਹੈ। ਉਹ ਤਾਂ ਇਹੋ ਹੀ ਸੋਚਦੇ ਹਨ ਕਿ ਕੰਮ ਤਾਂ ਇੰਨਾ ਕਰਦੇ ਤਾਂ ਪੈਸੇ ਫਿਰ ਇੱਧਰ ਉੱਧਰ ਮੰਗਦੇ ਫਿਰਦੇ ਹਨ। ਤੁਹਾਡਾ ਭਰਾ ਤੇ ਮਾਂ ਨੇ ਤਾਂ ਬਗੈਰ ਸੋਚਿਆਂ ਸਮਝਿਆਂ ਹੀ ਘਰੋਂ ਕੱਢ ਦਿੱਤਾ ਸੀ। ਐਵੇਂ ਕਿਉਂ ਕਲਪੀ ਜਾ ਰਹੀ ਐ? ਤੈਨੂੰ ਕਿਹੜਾ ਕੁਝ ਹਾਸਲ ਹੋਣ ਵਾਲਾ ਹੈ? ਮੈਂ ਮਿਹਨਤ ਨਹੀਂ ਕਰਦਾ, ਦੱਸ ਹੋਰ ਕੀ ਕਰਾਂ? ਮਿਹਨਤ ਕਰਨ ਦੀ ਗੱਲ ਨਹੀਂ, ਤੁਹਾਡੇ 'ਤੇ ਮੈਨੂੰ ਕਾਹਦਾ ਗੁੱਸਾ? ਤੁਹਾਡੇ ਵਿੱਚ ਕੋਈ ਕਮੀ ਨਹੀਂ, ਘਰ ਵਿੱਚ ਪੈਸੇ ਬਿਲਕੁਲ ਨਹੀਂ ਹੁੰਦੇ। ਰੱਬ ਨਾ ਕਰੇ ਘਰ ਵਿੱਚ ਬਿਮਾਰੀ ਢੁਮਰੀ ਹੋ ਜਾਵੇ। ਅੱਗੋਂ ਭੈਣਾਂ ਦੇ ਬੱਚੇ ਜਵਾਨ ਹੋ ਚੁੱਕੇ ਹਨ ਅਤੇ ਹੋ ਰਹੇ ਹਨ। ਹੋਰ ਰਿਸ਼ਤੇਦਾਰਿਆਂ ਨੇ ਧੀਆਂ ਪੁੱਤ ਨਹੀਂ ਵਿਆਹੁਣੇ ਹਨ। ਕਾਰ ਵਿਵਹਾਰ 'ਤੇ ਜਾਣ ਲਈ ਪੈਸੇ ਨਹੀਂ ਚਾਹੀਦੇ। ਅਗਰ ਨਾ ਗਏ ਤਾਂ ਰਿਸ਼ਤੇਦਾਰ ਛੁੱਟ ਜਾਣਗੇ। ਕੁੜੀਆਂ ਗਿੱਠ ਵੱਧ ਰਹੀਆਂ ਹਨ। ਕੱਲ੍ਹ ਨੂੰ ਉਹਨਾਂ ਦਾ ਕੁਝ ਨਹੀਂ ਕਰਨਾ। ਇੱਥੇ ਤਾਂ ਰੋਟੀ ਨਹੀਂ ਚੱਲਦੀ। ਕਈ ਵਾਰ ਦੀਪਕ ਵੀ ਕਲਪਦਾ ਸੋਚਦਾ, ਆਸ਼ਾ ਠੀਕ ਕਹਿੰਦੀ ਹੈ, ਇਸ ਵਿੱਚ ਗਲਤ ਵੀ ਕੀ ਹੈ? ਪਰ ਕੀਤਾ ਵੀ ਕੀ ਜਾਵੇ? ਜ਼ਿਆਦਾ ਲੱਭਣ ਦੀ ਥਾਂ ਥੋੜ੍ਹੇ ਤੋਂ ਵੀ ਨਾ ਹੱਥ ਧੋ ਬਈਏ। ਇੱਥੇ ਤਾਂ ਕਰਦੇ ਡੰਗ ਨਹੀਂ ਟੱਪਦਾ ਤੇ ਵਿਹਲੇ ਬੈਠ ਕੇ ਗੁਜ਼ਾਰਾ ਕਿਵੇਂ? ਦੀਪਕ ਦੀ ਮਾਤਾ ਕੋਲ ਦੀਪਕ ਦੇ ਪਿਓ ਦੀ ਪੈਨਸ਼ਨ ਦਾ ਖੂਬ ਪੈਸਾ ਹਰ ਮਹੀਨੇ ਆਉਂਦਾ। ਉਹ ਉਸ ਪੈਸੇ ਨਾਲ ਆਪਣੀ ਐਸ਼-ਪ੍ਰਸਤੀ ਕਰਦੀ ਤੇ ਮਹੀਨੇ 2 ਮਹੀਨੇ ਬਾਅਦ ਬੈਗ ਵਿੱਚ ਕੱਪੜੇ ਪਾ ਕਦੇ ਆਪਣੇ ਪੇਕੇ, ਕਦੀ ਭੈਣ ਦੇਵਰ ਤੇ ਕਦੇ ਸੰਤਾਂ ਦੇ ਡੇਰੇ ਚਲੀ ਜਾਂਦੀ। ਹੋਰਾਂ ਤੇ ਹੋਰ ਭੈਣ ਦੀਆਂ ਕੁੜੀਆਂ ਕੋਲ ਵੀ ਮਹੀਨਾ ਰਹਿ ਕੇ ਆਉਂਦੀ। ਕਦੀ ਆਪਣੀ ਕੁੜੀ ਕੋਲ ਚਲੀ ਜਾਂਦੀ। ਆਪ ਦੂਸਰਿਆਂ ਨਾਲ ਪਿਆਰ ਤੇ ਰੱਬ ਤੋਂ ਡਰਨ ਨੂੰ ਕਹਿੰਦੇ ਵੱਡੇ ਮੁੰਡੇ ਅਤੇ ਉਸਦੇ ਬੱਚਿਆਂ 'ਤੇ ਖੂਬ ਖਰਚ ਕਰਦੀ। ਅਗਰ ਛੋਟੇ ਮੁੰਡੇ ਦੀ 10 ਰੁਪਏ ਵੀ ਮਦਦ ਕਰਦੀ ਤਾਂ 100 ਵਾਰ ਸੁਣਾਉਂਦੀ। ਗਲੀ ਮੁਹੱਲੇ ਵਾਲਿਆਂ ਨੂੰ ਦੱਸਦੀ ਫਿਰਦੀ, ਮੈਂ ਇਹਨਾਂ ਨਾਲ ਬਹੁਤ ਕਰਦੀ ਹਾਂ। ਰਿਸ਼ਤੇਦਾਰਿਆਂ ਵਿੱਚ ਰੌਲਾ ਪਾਉਂਦੀ, ਕਮਾਈ ਘੱਟ ਤੇ ਦੀਪਕ ਬਿਮਾਰ ਜ਼ਿਆਦਾ ਰਹਿੰਦਾ ਤੇ ਮੈਂ ਵੇਲੇ ਕੁਵੇਲੇ ਉਸਦੀ ਮਦਦ ਕਰਦੀ ਹਾਂ। ਆਸ਼ਾ ਰਜਨੀ ਦੀ ਮਤਰੇਈ ਮਾਂ ਹੈ। ਉਹ ਰਜਨੀ ਨੂੰ ਚੰਗਾ ਨਹੀਂ ਸਮਝਦੀ ਤੇ ਉਸ ਉੱਪਰ ਤਰ੍ਹਾਂ ਦੇ ਜ਼ੁਲਮ ਕਰਦੀ ਹੈ ਤੇ ਦੀਪਕ ਵੀ ਭੌਂਦੂ ਬਣਿਆ ਹੋਇਆ ਹੈ। ਉਹ ਵੀ ਜਨਾਨੀ ਦੇ ਮਗਰ ਲੱਗ ਕੇ ਕੁੜੀ ਨੂੰ ਮਾਰਦਾ ਕੁੱਟਦਾ ਹੈ। ਮੈਂ ਉਸਦੇ ਸਕੂਲ ਦਾ ਖਰਚ ਦਿੰਦੀ ਹਾਂ, ਉਸਦੇ ਕੱਪੜੇ ਬਣਾ ਕੇ ਦਿੰਦੀ ਹਾਂ। ਦੀਪਕ ਦੀ ਮਾਂ ਦੀਆਂ ਗੱਲਾਂ ਸੁਣ ਕੇ ਸਭ ਦਾ ਦਿਲ ਸੀਜ ਜਾਂਦਾ। ਇੱਕ ਤਾਂ ਗੱਲਾਂ ਐਵੇਂ ਕਰਦੀ, ਦੂਜਾ ਉਸਦਾ ਚਿਹਰਾ ਵੀ ਬੜਾ ਭੋਲਾ ਭਾਲਾ। ਕਦੇ ਕਿਸੇ ਨੂੰ ਕਹਿੰਦੀ ਮੇਰੇ ਛੋਟੇ ਮੁੰਡੇ ਨੂੰ ਨੌਕਰੀ ਲਵਾ ਦਿਓ ਕਿਉਂਕਿ ਉਸਦਾ ਗੁਜ਼ਾਰਾ ਮੁਸ਼ਕਲ ਚੱਲਦਾ ਹੈ। ਸਭ 'ਤੇ ਉਸਦੀਆਂ ਗੱਲਾਂ ਦਾ ਖੂਬ ਅਸਰ ਹੁੰਦਾ ਕਿਉਂਕਿ ਉਹ ਅਕਸਰ ਆਉਂਦੀ ਜਾਂਦੀ ਰਹਿੰਦੀ ਹੈ। ਸਭ ਵਿੱਚੋਂ ਇੱਕ ਦੀਪਕ ਤੇ ਆਸ਼ਾ ਕਿਤੇ ਨਹੀਂ ਆਉਂਦੇ ਜਾਂਦੇ। ਨਾਲੇ ਫਿਰ ਬਗੈਰ ਕਿਸੇ ਮਤਲਬ ਦੇ ਕਿਸੇ ਕੋਲ ਜਾ ਹੁੰਦਾ। ਗੱਡੀਆਂ ਮੋਟਰਾਂ ਦੇ ਕਿਰਾਏ ਹੀ ਮਾਣ ਨਹੀਂ। ਦਿਹਾੜੀਦਾਰ ਬੰਦਾ ਦਿਹਾੜੀ ਤੋੜੇਗਾ ਤਾਂ ਖਾਵੇਗਾ ਕੀ? ਜਦੋਂ ਵੱਡੇ ਮੁੰਡੇ ਦੇ ਨਾਂ ਪਿਓ ਦਾ ਮਕਾਨ ਲਗਾਉਣਾ ਸੀ ਤਾਂ ਦੀਪਕ ਦੇ ਮਕਾਨ ਦੀ ਰਜਿਸਟਰੀ ਦੇ ਵੇਲੇ ਮਾਂ ਨੇ ਕਚਹਿਰੀ ਵਿੱਚ ਦੀਪਕ ਕੋਲੋਂ ਪਿਓ ਦੇ ਮਕਾਨ ਦੇ ਹਿੱਸੇ ਦੇ ਸਾਰੇ ਅਧਿਕਾਰ ਆਪਣੇ ਨਾਂ ਲਿਖਵਾ ਲਏ ਸਨ। ਮੁਖਤਿਆਰਨਾਮਾ ਜਦੋਂ ਦੀਪਕ ਦੇ ਮੁੰਡਾ ਹੋਇਆ ਤਾਂ ਮੁੰਡੇ ਦੀ ਬਿਮਾਰੀ 'ਤੇ ਕਾਫੀ ਖਰਚਾ ਹੋ ਗਿਆ ਤੇ ਦੀਪਕ ਦੀ ਮਾਂ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ, ਹੁਣ ਸਾਡੀ ਹਿੰਮਤ ਜਵਾਬ ਦੇ ਚੁੱਕੀ ਹੈ, ਸਾਡੇ ਕੋਲ ਪੈਸੇ ਨਹੀਂ।
ਤੈਨੂੰ ਅਸੀਂ ਜਿਹੜਾ ਜੇਵਰ ਪਾਇਆ ਸੀ ਉਹ ਵੇਚ ਦਿੰਦੇ ਹਾਂ। ਤੈਨੂੰ ਕੋਈ ਇਤਰਾਜ਼ ਤਾਂ ਨਹੀਂ? ਮੈਨੂੰ ਕਾਹਦਾ ਇਤਰਾਜ਼? ਇਸ ਸਮੇਂ ਜੇਵਰ ਸੁੱਝ ਰਿਹਾ ਹੈ। ਮੈਨੂੰ ਤਾਂ ਮੇਰਾ ਬੱਚਾ ਪਿਆਰਾ ਹੈ। ਚਾਹੇ ਮੇਰੇ ਪੇਕਿਆਂ ਦੇ ਜੇਵਰ ਵੀ ਵੇਚ ਦਿਓ। ਅਗਰ ਮੇਰਾ ਮੁੰਡਾ ਠੀਕ ਹੋ ਜਾਵੇ ਤਾਂ ਮੈਨੂੰ ਕੀ ਚਾਹੀਦਾ ਹੈ? ਬੱਚੇ ਤੋਂ ਇਹੋ ਜਿਹਾ ਲੱਖਾਂ ਜੇਵਰ ਕੁਰਬਾਨ। ਨਾ ਪੁੱਤ, ਅਸੀਂ ਤੇਰੇ ਪਿਓ ਦਾ ਜੇਵਰ ਨਹੀਂ ਵੇਚਣਾ। ਜਿਹੜਾ ਅਸੀਂ ਤੈਨੂੰ ਪਾਇਆ ਉਹ ਹੀ ਵੇਚਣਾ ਹੈ, ਜਿਵੇਂ ਤੁਹਾਡੀ ਮਰਜ਼ੀ ਹੈ। ਉਸ ਸਮੇਂ ਆਸ਼ਾ ਨੇ ਕਿਹਾ, ਜੇਵਰ ਵੇਚਿਆ ਜਾਂ ਨਹੀਂ ਇਹ ਤਾਂ ਉਹ ਜਾਣਨ। ਦੀਪਕ ਤੇ ਆਸ਼ਾ ਲਈ ਜੇਵਰ ਵਿਕ ਗਿਆ ਸੀ। ਹੋਇਆ ਕਿ ਨਾ ਬੱਚਾ ਰਿਹਾ ਤੇ ਜੇਵਰ ਵੀ ਹੱਥੋਂ ਗਿਆ। ਇਹ ਸਭ ਗੱਲ ਜਾਣਦਾ ਦੀਪਕ ਦੇ ਦਿਮਾਗ ਵਿੱਚ ਆਉਂਦੀ। ਉਹ ਪੁਰਾਣੀ ਯਾਦ ਆਉਂਦੀ। ਉਸ ਨੂੰ ਗੁੱਸਾ ਵੀ ਆਉਂਦਾ, ਦੁੱਖ ਵੀ ਬਹੁਤਾ ਲੱਗਦਾ। ਆਸ਼ਾ ਦੀਆਂ ਬੇਵਸੂਸੀਆਂ ਸਭ ਗੱਲਾਂ ਸਹੀ ਲੱਗਦੀਆਂ, ਪਰ ਹੋ ਵੀ ਕੀ ਸਕਦਾ ਸੀ। ਹਾਲਾਤ ਕੁਝ ਵੀ ਕਰਨ 'ਤੇ ਮਜਬੂਰ ਕੀਤਾ ਸੀ। ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ, ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ।